सत श्री अकाल जी। ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਵੀਡੀਓ ਦੀ ਸ਼ੁਰੂਆਤ ਇਸ ਅਰਦਾਸ ਨਾਲ ਕਰਦੇ ਹਾਂ ਕਿ ਤੁਸੀਂ ਸਾਰੇ ਇਸ ਵਾਰ ਵਧੀਆ ਨੰਬਰ ਲੈ ਕੇ ਟੈਟ ਪਾਸ ਕਰੋ। ਸਕਰੀਨ ਤੇ ਸਭ ਤੋਂ ਪਹਿਲਾ ਪ੍ਰਸ਼ਨ ਤੁਹਾਡੇ ਸਾਹਮਣੇ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਜੀਵਾਣੂ ਗੰਗਾ ਦੇ ਪਾਣੀ ਵਿੱਚ ਮਿਲਦਾ ਹੈ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਜਿਹੜਾ ਕੈਲੀਫਾਰਮ ਨਾਂ ਦਾ ਜੀਵਾਣੂ ਹੈ ਇਹ ਗੰਗਾ ਦੇ ਪਾਣੀ ਵਿੱਚ ਪਾਇਆ ਜਾਂਦਾ ਹੈ। ਇਹ ਮਨੁੱਖ ਦੇ ਮਲ ਤੋਂ ਗੰਗਾ ਦੇ ਪਾਣੀ 'ਚ ਗਿਆ। ਗੰਗਾ ਦੇ ਪਾਣੀ ਵਿੱਚ ਇਹਦੀ ਮਾਤਰਾ 3 ਤੋਂ 12 ਗੁਣਾ ਵੱਧ ਚੁੱਕੀ ਹੈ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਬਿਜਲੀ ਦਾ ਚਾਲਕ ਨਹੀਂ ਹੈ? ਇਸ ਕੁਐਸਚਨ ਨੂੰ ਐਕਸਪਲੇਨ ਕਰਨ ਦੇ ਲਈ ਪ੍ਰੋਫੈਸਰ ਸੁਖਵਿੰਦਰ ਜੀ ਤੁਹਾਨੂੰ ਦੱਸਣਗੇ। ਆਪਾਂ ਬਲੈਕ ਬੋਰਡ ਤੇ ਚੱਲਦੇ ਹਾਂ। ਚਲੋ ਹਾਂਜੀ, ਸਾਡਾ ਫਸਟ ਕੁਐਸਚਨ ਹੈ ਕਿ ਇਹਨਾਂ ਵਿੱਚੋਂ ਕਿਹੜਾ ਇਲੈਕਟ੍ਰਿਸਿਟੀ ਨੂੰ ਕੰਡਕਟ ਨਹੀਂ ਕਰੇਗਾ। ਤੇ ਫਸਟ ਵਨ ਹੈ ਫਿਊਜ਼ਡ ਸੋਡੀਅਮ ਕਲੋਰਾਈਡ। ਪਿਘਲਿਆ ਹੋਇਆ ਸੋਡੀਅਮ ਕਲੋਰਾਈਡ ਇਹਦੇ ਵਿੱਚ ਆਇਨ ਹੋਣਗੇ, ਸੋ ਇਹ ਕੰਡਕਟ ਕਰੇਗਾ। ਬ੍ਰਾਈਨ ਸੋਲੂਸ਼ਨ ਹੈ, ਬ੍ਰਾਈਨ ਸੋਲੂਸ਼ਨ ਸੰਘਣਾ ਘੋਲ ਹੈ ਸੋਡੀਅਮ ਕਲੋਰਾਈਡ ਦਾ, ਸੋ ਇਹ ਵੀ ਕੰਡਕਟ ਕਰੇਗਾ ਬਿਕੋਜ਼ ਆਇਨਸ ਬਣਨਗੇ। ਤੇ ਕਾਪਰ ਮੈਟਲ ਹੈ, ਦੈਟ ਇਜ਼ ਆਲਸੋ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ, ਸੋ ਇਹ ਵੀ ਕੰਡਕਟ ਕਰੇਗਾ। ਬਟ ਸੋਲਿਡ ਸੋਡੀਅਮ ਕਲੋਰਾਈਡ ਕੰਡਕਟ ਨਹੀਂ ਕਰੇਗਾ ਕਿਉਂਕਿ ਉਹਦੇ ਵਿੱਚ ਫ੍ਰੀ ਆਇਨ ਨਹੀਂ ਹੈ। 122 ਕੁਐਸਚਨ ਦਾ ਆਨਸਰ ਆ ਜਾਏਗਾ ਜੀ ਠੋਸ NaCl। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ। ਦ ਪ੍ਰੈਜੈਂਸ ਆਫ ਸਟਾਰਚ। ਕੱਚੇ ਹਾਰ ਵਿੱਚ ਸਟਾਰਚ ਦੀ ਮੌਜੂਦਗੀ ਦੀ ਪਰਖ ਕਿਸ ਨਾਲ ਕੀਤੀ ਜਾਂਦੀ ਹੈ? ਪ੍ਰੋਫੈਸਰ ਸਾਹਿਬ ਦੱਸਣਗੇ ਜੀ। The presence of starch can be tested with dilute iodine solution because it gives blue color with iodine solution. 123 ਦਾ ਪਹਿਲਾ ਆਪਸ਼ਨ ਬਿਲਕੁਲ ਸਹੀ ਹੈ, ਡਿਲੂਟ ਆਇਓਡੀਨ ਘੋਲ। ਅਗਲਾ ਪ੍ਰਸ਼ਨ ਹੈ ਜੀ। ਜੇ ਸੂਰਜ ਤੋਂ ਪੌਦਿਆਂ ਨੂੰ ਉਪਲਬਧ ਊਰਜਾ 20,000 ਜੂਲ ਹੈ ਤਾਂ ਆਹਾਰ ਲੜੀ ਵਿੱਚ ਸ਼ੇਰ ਨੂੰ ਉਪਲਬਧ ਊਰਜਾ ਕਿੰਨੀ ਹੋਵੇਗੀ? ਪੌਦਾ, ਹਿਰਨ ਤੇ ਸ਼ੇਰ, ਇਹ ਜਿਹੜੀ ਊਰਜਾ ਟ੍ਰਾਂਸਫਰ ਹੁੰਦੀ ਹੈ ਇਹਨੂੰ ਪ੍ਰੋਫੈਸਰ ਸਾਹਿਬ ਐਕਸਪਲੇਨ ਕਰਨਗੇ। ਬਲੈਕ ਬੋਰਡ ਤੇ ਚੱਲਦੇ ਹਾਂ ਜੀ। And the next question ਹੈ ਕਿ ਪਲਾਂਟ ਦੇ ਕੋਲ ਪੌਦਿਆਂ ਕੋਲ એનર્ਜੀ ਹੈ 20,000 ਜੂਲ, ਤਾਂ ਡੀਅਰ ਤੋਂ ਬਾਅਦ ਲਾਈਨ ਕੋਲ ਕਿੰਨੀ એનર્ਜੀ ਹੋਏਗੀ? ਤਾਂ ਇਹ ਲਿੰਕ ਪੈਨ ਨੇ ਲਾ ਦਿੱਤਾ ਹੈ 10% ਲਾ ਕਿ એનર્ਜੀ ਟ੍ਰਾਂਸਫਰ ਹੋਏਗੀ 10%, ਤੇ ਜੇ 20,000 ਦਾ 10% ਕਰਦੇ ਆ ਤੇ 2,000, ਤੇ ਲਾਈਨ ਵਾਸਤੇ ਸਾਡੇ ਕੋਲ ਕਿੰਨਾ ਰਹਿ ਜਾਏਗਾ? ਓਨਲੀ 200 ਜੂਲ। ਇਹਦਾ ਸਹੀ ਜਵਾਬ ਹੋਏਗਾ 200 ਜੂਲ, ਯਾਨੀ ਕਿ ਦੂਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ। ਪੌਦਿਆਂ ਦੇ ਪੱਤਿਆਂ ਤੋਂ ਵਾਸ਼ਪੀਕਰਨ ਹੁੰਦਾ ਹੈ, ਇਸ ਪ੍ਰਕਿਰਿਆ ਨੂੰ ਆਖਦੇ ਹਨ? ਟ੍ਰਾਂਸਪੀਰੇਸ਼ਨ ਕਹਿੰਦੇ ਆ ਨਹੀਂ, ਵਾਸ਼ਪ ਸੰਚਾਰ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ। pH 6 ਦਾ ਘੋਲ ਪ੍ਰਾਪਤ ਕਰਨ ਲਈ pH 3 ਦੇ ਘੋਲ ਨੂੰ ਕਿੰਨੀ ਵਾਰ ਪਤਲਾ ਕਰਨਾ ਪਏਗਾ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਪ੍ਰੋਫੈਸਰ ਸਾਹਿਬ ਇਹਨੂੰ ਹੋਰ ਐਕਸਪਲੇਨ ਕਰਨਗੇ। ਹਾਂਜੀ, 126ਵਾਂ ਕੁਐਸਚਨ ਹੈ ਕਿ pH 3 ਤੋਂ pH 6 ਬਣਾਉਣਾ ਵੈਰੀ ਇੰਪੋਰਟੈਂਟ ਕੁਐਸਚਨ ਹੈ, ਬੜੀ ਵਾਰੀ ਰਿਪੀਟ ਹੋ ਚੁੱਕਾ ਹੈ। ਤੁਹਾਨੂੰ ਪਤਾ ਹੈ ਕਿ pH ਕਿਹਦੇ ਇਕੁਅਲ ਹੈ? ਨੈਗੇਟਿਵ ਲੋਗਰਿਥਮ ਆਫ ਹਾਈਡਰੋਜਨ ਆਇਨ, ਤੇ log ਦੀ ਵੈਲਿਊ ਜੇ ਅਸੀਂ ਪੋਜ਼ਿਟਿਵ ਕਰਦੇ ਹਾਂ ਤਾਂ pH ਦੀ ਵੈਲਿਊ ਨੈਗੇਟਿਵ ਹੋ ਜਾਏਗੀ। ਸਿਮਿਲਰ -10 ਜੇ log ਨੂੰ ਨੈਚੁਰਲ ਚ ਕਨਵਰਟ ਕਰਦੇ ਹਾਂ ਤੇ 10 ਦੀ ਪਾਵਰ ਹੋ ਜਾਏਗੀ। 10 ਦੀ ਪਾਵਰ ਸਾਡੇ ਕੋਲ -3 ਹੈ, ਉਹਦੇ ਤੋਂ ਕਿੰਨਾ ਬਣਾਉਣਾ? -6। ਤੇ ਅਸੀਂ ਉਹਨਾਂ ਦੀ ਰਿਲੇਟਿਵ ਸਟਰੈਂਥ ਨੂੰ ਫਾਈਂਡ ਆਊਟ ਕਰਾਂਗੇ। 10 raised to power -3 ਤੋਂ 10 raised to power -6 ਆਪੋਜ਼ਿਟ ਕਰ ਦਿਆਂਗੇ ਤੇ ਸਾਡੇ ਕੋਲ ਵੈਲਿਊ ਕਿੰਨੀ ਆ ਜਾਏਗੀ? 1000। ਇਹਨਾਂ ਡਿਲੂਟ ਕਰਾਂਗੇ ਤੇ ਸਾਡੇ ਕੋਲ pH ਕਿੰਨੀ ਹੋ ਜਾਏਗੀ? 10 raised to pH 6। ਚੌਥਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਸਕਰੀਨ ਤੇ 127ਵਾਂ ਕੁਐਸਚਨ ਤੁਹਾਡੇ ਸਾਹਮਣੇ ਹੈ। x ਤੱਤ 3 ਅਤੇ 5 ਦੀ ਸੰਯੋਗਤਾ ਦਰਸਾਉਂਦਾ ਹੈ। ਦੋ ਅਵਸਥਾਵਾਂ ਵਿੱਚ ਇਸ ਦੇ ਸਲਫਾਈਡਾਂ ਦਾ ਕ੍ਰਮਵਾਰ ਸੂਤਰ ਹੈ। An element X show a valency of 3 and 5. The formula of its sulfide in the two states are respectively. ਇਹਨੂੰ ਆਪਾਂ ਬਲੈਕ ਬੋਰਡ ਤੇ ਐਕਸਪਲੇਨ ਕਰਾਂਗੇ। ਨੈਕਸਟ ਕੁਐਸਚਨ ਹੈ ਕਿ x ਹੈ, x ਦੀ ਵੈਲੈਂਸੀ 3 ਤੇ 5 ਹੈ ਐਂਡ ਵੀ ਹੈਵ ਟੂ ਫਾਈਂਡ ਦ ਫਾਰਮੂਲਾ ਆਫ देयर ਸਲਫਾਈਡ। ਅਸੀਂ ਸਲਫਾਈਡ ਦਾ ਫਾਰਮੂਲਾ ਬਣਾਉਣਾ ਹੈ। ਸਿੰਪਲ ਫਾਰਮੂਲਾ ਹੈ ਕਿ x ਦੀ ਵੈਲੈਂਸੀ 3 ਹੈ, ਸਲਫਰ ਦੀ ਵੈਲੈਂਸੀ ਸਾਡੇ ਕੋਲ ਫਸਟ ਟਾਈਮ ਸਲਫਰ ਦੇ ਵੈਲੈਂਸ ਵਿੱਚ ਰਿਮੇਨਿੰਗ 2 ਇਲੈਕਟ੍ਰੋਨ ਘੱਟ ਹੁੰਦੇ ਨੇ, ਇਸ ਕਰਕੇ ਇਹਦੀ -2 ਆਏਗੀ। ਕ੍ਰਾਸ ਮਲਟੀਪਲਾਈ ਕਰਾਂਗੇ ਤੇ ਸਾਡੇ ਕੋਲ ਬਣ ਜਾਏਗਾ X2S3। ਅਗੇਨ x ਦੀ ਵੈਲੈਂਸੀ ਸਾਡੇ ਕੋਲ 5 ਹੋ ਗਈ ਹੈ, ਸਲਫਰ ਦੀ ਅਗੇਨ -2 ਹੀ ਹੈ। ਕ੍ਰਾਸ ਮਲਟੀਪਲਾਈ ਕਰਾਂਗੇ ਤੇ X2S5 ਦੋ ਫਾਰਮੂਲੇ ਸਾਡੇ ਕੋਲ ਬਣ ਗਏ ਤੇ ਸਾਡੇ ਕੋਲ ਇਹਦਾ ਆਨਸਰ ਆ ਗਿਆ। ਚੌਥਾ ਆਪਸ਼ਨ ਬਿਲਕੁਲ ਸਹੀ ਹੋਏਗਾ।
ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। 128 ਕੁਐਸਚਨ ਹੈ, ਕਾਪਰ ਪਾਇਰੇਟ ਤੋਂ ਪ੍ਰਾਪਤ ਤਾਂਬੇ ਕਾਪਰ ਨੂੰ ਬਲਿਸਟਰ ਕਾਪਰ ਆਖਦੇ ਹਨ। ਬਲਿਸਟਰ ਬਣਾਉਣ ਲਈ ਕਿਹੜੀ ਗੈਸ ਜ਼ਿੰਮੇਵਾਰ ਹੈ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹਦਾ ਸਹੀ ਜਵਾਬ ਹੈ ਜੀ SO2 ਸਲਫਰ ਡਾਈਆਕਸਾਈਡ। ਚੌਥਾ ਆਪਸ਼ਨ ਬਿਲਕੁਲ ਸਹੀ ਹੈ। 129ਵਾਂ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਸਲਫਾਈਡ ਧਾਤ ਹੈ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹਦਾ ਸਹੀ ਜਵਾਬ ਹੈ ਆਇਰਨ ਪਾਇਰਾਈਟ। ਚੌਥਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਧਾਤ ਜਿਸ ਦੀ ਹੀਮੋਗਲੋਬਨ ਦਾ ਅੰਗ ਹੈ, ਜਿਹੜੀ ਧਾਤ ਹੀਮੋਗਲੋਬਨ ਦਾ ਅੰਗ ਹੈ ਉਹ ਆਪਾਂ ਦੱਸਣਾ, ਇਹਨੂੰ ਆਪਾਂ ਐਕਸਪਲੇਨ ਕਰਦੇ ਹਾਂ ਜੀ। ਨੈਕਸਟ ਕੁਐਸਚਨ ਹੈ ਕਿ ਮੈਟਲ ਪ੍ਰੈਜ਼ੈਂਟ ਇਨ ਹੀਮੋਗਲੋਬਿਨ। ਹੀਮੋਗਲੋਬਿਨ ਸਾਡੇ ਬਲੱਡ ਦੀ ਪਿਗਮੈਂਟ ਆ, ਰੈੱਡ ਕਲਰ ਦੀ ਪਿਗਮੈਂਟ ਆ, ਜਿਹੜੀ ਆਕਸੀਜਨ ਨੂੰ ਲੈ ਕੇ ਜਾਂਦੀ ਹੈ, ਤੇ ਇਹਦੇ ਵਿੱਚ ਜਿਹੜਾ ਮੈਟਲ ਹੈ that is iron। ਸਿਮਿਲਰ ਪਲਾਂਟ ਦੇ ਵਿੱਚ ਗ੍ਰੀਨ ਕਲਰ ਹੈ, ਤੇ ਉਹ ਜਿਹੜਾ ਗ੍ਰੀਨ ਕਲਰ ਆ ਉਹਦੇ ਵਿੱਚ ਪਿਗਮੈਂਟ ਮੈਟਲ ਆਏਗੀ ਮੈਗਨੀਸ਼ੀਅਮ। 129 ਦਾ ਆਨਸਰ ਹੈ ਜੀ ਆਇਰਨ। ਚੌਥਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਬਿਜਲੀ ਦੀਆਂ ਤਾਰਾਂ ਦਾ ਬਿਜਲੀ ਰੋਕ ਬਣਾਉਣ ਲਈ, ਇਨਸੂਲੇਸ਼ਨ ਬਣਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹਦਾ ਸਹੀ ਜਵਾਬ ਹੈ ਜੀ ਨਿਓਪਰੀਨ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਹੈ, ਹੇਠ ਲਿਖਿਆਂ ਵਿੱਚੋਂ ਕਿਹੜੇ ਦੋ ਯੌਗਿਕ ਸਮਾਨ ਸਮਜਾਤੀ ਲੜੀ ਨਾਲ ਸੰਬੰਧਿਤ ਹਨ? ਇਹਨੂੰ ਆਪਾਂ ਐਕਸਪਲੇਨ ਕਰਾਂਗੇ। ਹਾਂਜੀ, ਸਾਡਾ ਨੈਕਸਟ ਕੁਐਸਚਨ ਹੈ ਕਿ ਇਹਨਾਂ ਵਿੱਚੋਂ ਕਿਹੜਾ ਹੋਮੋਲੌਗਸ ਸੀਰੀਜ਼ ਦੇ ਵਿੱਚ ਐਗਜ਼ਿਸਟ ਕਰਦਾ ਹੈ? ਹੋਮੋਲੌਗਸ ਨੂੰ ਤੁਸੀਂ ਫਾਈਂਡ ਆਊਟ ਕਰਨਾ ਹੈ ਕਿ ਇੱਕੋ ਜਿਹੀ ਜਾਤੀ ਦੇ। ਹੁਣ ਇਹਦੇ ਕੋਲ ਵੀ ਇੱਕ ਆਕਸੀਜਨ ਹੀ, ਇਹਦੇ ਕੋਲ ਵੀ ਇੱਕ ਹੀ, ਬਾਕੀ ਜਿਹੜੀ ਆਪਸ਼ਨ ਆ ਉਹਨਾਂ ਵਿੱਚ ਵੇਰੀਏਬਲ ਆਕਸੀਜਨ ਹੈ। ਤੇ ਜੇ ਅਸੀਂ ਇਹਨਾਂ ਦਾ ਕੰਪਾਊਂਡ ਲਿਖੀਏ ਤੇ ਮੇਰੇ ਕੋਲ ਬਣੇਗਾ ਇਥੇਨੋਲ, ਤੇ ਆ ਮੇਰੇ ਕੋਲ ਫਸਟ ਮੈਂਬਰ ਹੈ that is ਮੀਥੇਨੋਲ। ਦੋਨੋਂ ਹੀ ਅਲਕੋਹਲ ਨੇ, ਇਥੇਨੋਲ ਐਂਡ ਮੀਥੇਨੋਲ। ਇਸ ਕਰਕੇ ਦੇ ਬਿਲੋਂਗ ਟੂ ਹੋਮੋਲੌਗਸ ਸੀਰੀਜ਼। ਇਹ ਹੋਮੋਲੌਗਸ ਸੀਰੀਜ਼ ਨੂੰ ਬਿਲੋਂਗ ਕਰਨਗੇ। ਅਗਲਾ ਪ੍ਰਸ਼ਨ ਹੈ, O2 1 ਨੈਗੇਟਿਵ ਦਾ ਬੰਧਨ ਅੰਕ ਯਾਨੀ ਕਿ ਬੌਂਡ ਆਰਡਰ ਕੀ ਹੈ? ਸਕਰੀਨ ਤੇ ਦਿੱਤੇ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਸ ਨੂੰ ਆਪਾਂ ਐਕਸਪਲੇਨ ਕਰਾਂਗੇ। ਨੈਕਸਟ ਕੁਐਸਚਨ ਹੈ 148 ਨੰਬਰ, O2 ਨੈਗੇਟਿਵ ਦਾ ਬੌਂਡ ਆਰਡਰ ਫਾਈਂਡ ਆਊਟ ਕਰਨਾ ਹੈ। ਹੁਣ ਬੌਂਡ ਆਰਡਰ ਫਾਈਂਡ ਆਊਟ ਕਰਨ ਲਈ ਸਾਨੂੰ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਲੀਅਰ ਹੋਣੀ ਚਾਹੀਦੀ ਹੈ। ਇਹ ਅਸੀਂ ਇਸੇ ਤਰ੍ਹਾਂ ਲਿਖਦੇ ਹਾਂ, ਸਿਗਮਾ ਦੇ ਵਿੱਚ 2 ਇਲੈਕਟ੍ਰੋਨ, ਐਂਟੀਬਾਡੀ ਦੇ ਵਿੱਚ ਸਿਮਿਲਰ ਇਲੈਕਟ੍ਰੋਨਿਕ ਕਨਫੀਗਰੇਸ਼ਨ ਅਸੀਂ ਰਾਈਟ ਕਰਾਂਗੇ। ਫਿਰ ਬੌਂਡ ਆਰਡਰ ਦਾ ਫਾਰਮੂਲਾ ਹੁੰਦਾ ਸਾਡੇ ਕੋਲ, ਬੌਂਡ ਆਰਡਰ ਇਕੁਅਲ ਟੂ ਹਾਫ ਨੰਬਰ ਆਫ ਬੌਂਡਿੰਗ ਮਾਈਨਸ ਨੰਬਰ ਆਫ ਐਂਟੀਬਾਡੀ ਇਲੈਕਟ੍ਰੋਨ, ਹਾਫ। ਹੁਣ ਬੌਂਡਿੰਗ ਦੇਖੋ, ਆ ਸ਼ੈਲ ਨੂੰ ਜੇ ਅਸੀਂ ਪਲੈਂਟੀਵੇਟ ਕਲੋਜ਼ਡ ਸ਼ੈਲ ਮੰਨ ਸਕਦੇ ਹਾਂ। ਆ ਮੇਰੇ ਕੋਲ ਆ ਗਏ 2 2 4 2 6 2 8 8 ਆ ਗਏ ਸਾਡੇ ਕੋਲ ਬੌਂਡਿੰਗ, 2 ਤੇ 2 4 1 5 5 ਆ ਗਏ ਐਂਟੀਬਾਡੀ। ਇਹ ਹੋ ਗਿਆ 3/2, ਜਿਹਨੂੰ ਸਿੰਪਲੀਫਾਈ ਕਰਾਂਗੇ ਤੇ 1.5 ਬੌਂਡ ਆਰਡਰ ਸਾਡੇ ਕੋਲ ਆ ਜਾਏਗਾ। ਠੀਕ ਹੈ ਜੀ। ਇਸ ਸਵਾਲ ਦਾ C ਆਪਸ਼ਨ ਬਿਲਕੁਲ ਸਹੀ ਆਏਗਾ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਨਾਈਟ੍ਰੋਜਨ 4 ਆਕਸਾਈਡ ਦਾ ਰਸਾਇਣਿਕ ਸੂਤਰ ਕਿਹੜਾ ਹੈ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਸ ਸਵਾਲ ਨੂੰ ਆਪਾਂ ਐਕਸਪਲੇਨ ਕਰਾਂਗੇ। ਹਾਂਜੀ, ਸਾਡਾ 149 ਨੰਬਰ ਕੁਐਸਚਨ ਹੈ ਕਿ ਨਾਈਟ੍ਰੋਜਨ 4 ਆਕਸਾਈਡ ਕਿਹੜਾ ਹੈ? ਤੇ ਇਹ ਬਿਲਕੁਲ ਸਿੰਪਲ ਹੈ। ਇਹਦੇ ਵਿੱਚ ਅਸੀਂ ਆਕਸੀਡੇਸ਼ਨ ਸਟੇਟ ਫਾਈਂਡ ਆਊਟ ਕਰਦੇ ਹਾਂ। ਨਾਈਟ੍ਰੋਜਨ ਨੂੰ X ਮੰਨਾਂਗੇ, 2X, ਆਕਸੀਜਨ ਤੇ -2 ਚਾਰਜ ਹੁੰਦਾ ਹੈ, 2X equal to plus ਦਾ 2, X equal to 2/2 ਆ plus 1 ਦਾ ਆਕਸਾਈਡ ਆਏਗਾ। ਆ ਸਿਮਿਲਰ ਕਰੋਗੇ ਤਾਂ ਆ ਸਾਡੇ ਕੋਲ -2 X equal to plus 2 ਦਾ ਆਕਸਾਈਡ ਆਏਗਾ। ਸਿਮਿਲਰ ਇਹਦਾ ਕਰਾਂਗੇ 2X plus -2 into 3 equal to 0, 2X plus ਦਾ 6 X equal to plus 3 ਦਾ ਆਕਸਾਈਡ ਆਏਗਾ। ਹੁਣ ਆਹੀ ਰਹਿ ਗਿਆ ਸਾਡੇ ਕੋਲ X -2 into 2 equal to 0, X equal to plus 4 ਤੇ plus 4 ਦਾ ਆਕਸਾਈਡ ਸਾਡੇ ਕੋਲ ਫਿਰ ਕਿਹੜਾ ਆਏਗਾ? NO2। ਚੌਥਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਧਾਤ ਹੈ? ਇਸ ਨੂੰ ਆਪਾਂ ਸਕਰੀਨ ਤੇ ਸੋਲਵ ਕਰਦੇ ਹਾਂ, ਬਲੈਕ ਬੋਰਡ ਤੇ ਚੱਲਦੇ ਹਾਂ। ਹਾਂਜੀ, ਸਾਡਾ 150 ਨੰਬਰ ਕੁਐਸਚਨ ਹੈ ਕਿ ਇਹਨਾਂ ਵਿੱਚੋਂ ਕਿਹੜੀ ਮੈਟਲ ਹੈ? ਦੇਖੋ ਕਲੋਰੀਨ ਹੈ, 17 ਐਟੋਮਿਕ ਨੰਬਰ ਕਲੋਰੀਨ ਹੈ, ਇਹ ਸਾਡੇ ਕੋਲ ਨੌਨ ਮੈਟਲ ਆਏਗੀ। 6 ਤੇ ਕਾਰਬਨ ਹੈ, that is ਕੋਵਲੈਂਟ ਕੰਪਾਊਂਡ में आएगा, नॉन मेटल आएगी। जे फास्फोरस 15 है तो वो भी हमारे को नॉन मेटल है। ओनली मैग्नीशियम ही मेटल है,
बिकॉज 2 8 2 ये दो इलेक्ट्रॉन लूज करेगी मैग्नीशियम ते 2 पॉजिटिव चार्ज हमेशा बनेगा जिन्हां ते पॉजिटिव चार्ज बनदा ਉਹੀ ਕਲੀਆਂ ਮੈਟਲਸ ਹੁੰਦੀਆਂ ਇਹਨਾਂ ਤੇ 네ਗੇਟਿਵ ਚਾਰਜ ਆਏਗਾ ਇਸ ਕਰਕੇ ਨॉन ਮੈਟਲਸ ਨੇ ਤੇ ਓਨਲੀ ਮੈਗਨੀਸ਼ੀਅਮ ਹੀ ਮੈਟਲ ਹੈ। ਇਸ ਕੁਐਸਚਨ ਦਾ ਚੌਥਾ ਆਪਸ਼ਨ ਬਿਲਕੁਲ ਸਹੀ ਹੈ। ਇਹ ਕੁਝ ਖਾਸ ਕੁਐਸਚਨ ਸੀ ਜਿਹੜੇ ਸਾਡੇ ਕੋਲ ਪਿਛਲੇ ਪੇਪਰਾਂ ਦੇ ਰਹਿ ਗਏ ਸਨ, ਅਸੀਂ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਵੱਧ ਤੋਂ ਵੱਧ ਮਿਹਨਤ ਕਰੋ ਅਤੇ ਵਧੀਆ ਨੰਬਰ ਲੈ ਕੇ ਪਾਸ ਹੋਵੋ। ਆਲ ਦੀ ਬੈਸਟ ਫਾਰ ਐਗਜ਼ਾਮ। ਧੰਨਵਾਦ ਵੀਡੀਓ ਦੇਖਣ ਦੇ ਲਈ ਤੁਹਾਡਾ ਫਿਰ ਤੋਂ ਧੰਨਵਾਦ ਕਰਦੇ ਹਾਂ। ਵੀਡੀਓ ਦੀ ਆਵਾਜ਼ ਥੋੜ੍ਹੀ ਜਿਹੀ ਖਰਾਬ ਹੈ, ਇਸ ਲਈ ਮਾਫੀ ਚਾਹੁੰਦੇ ਹਾਂ।